ते शिवा पर मोहे है, शुभ कर्मन ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 518 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਹਾਂ ਤੇ ਅੱਜ 519 ਨੰਬਰ ਲੈ ਕੇ ਮੁੜ ਤੋਂ ਆਪ ਸਭ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੇ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ ਜਿਹੜੇ ਕਿ ਸਾਡੇ ਸਾਰੇ ਸਵਾਲਾਂ ਦੇ ਜਵਾਬ ਗੁਰ ਇਤਿਹਾਸ ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਹੀ ਦਿੰਦੇ ਨੇ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੀ ਗ੍ਰੰਥਾਂ ਦੇ ਵਿੱਚ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਦੀ ਸੋਚ ਜਿਹੜੀ ਉਹਨਾਂ ਨੂੰ ਸੇਧ ਬਣਾ ਕੇ ਜਿਹੜਾ ਇਹ ਪ੍ਰੋਗਰਾਮ ਜਿਹੜਾ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਵਾਲ ਵੀਰ ਜੀ ਮੇਰਾ ਹੈ ਕਿ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਿੱਦਾਂ ਪਿਛਲੇ ਅਸੀਂ ਕੁਝ ਐਪੀਸੋਡਾਂ ਵਿੱਚ ਦੱਸਿਆ ਕਿ ਉੱਥੇ ਰੌਣਕਾਂ ਲੱਗੀਆਂ ਨੇ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦਾ ਮੀਂਹ ਵਾਰਿਆ, ਸੰਗਤਾਂ ਅੰਮ੍ਰਿਤ ਛਕ ਰਹੀਆਂ ਨੇ ਤੇ ਗੁਰੂ ਵਾਲੀ ਬਣ ਰਹੀਆਂ ਨੇ। ਸਤਿਗੁਰੂ ਸਿੱਖਾਂ ਨੂੰ ਤਿਆਰ ਰਹਿਣ ਨੂੰ ਕਹਿ ਰਹੇ ਨੇ, ਉਪਦੇਸ਼ ਦੇ ਰਹੇ ਨੇ। ਉਸ ਜਗ੍ਹਾ 'ਤੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਜਿਹੜੀ ਆ ਉਹ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਜਿਹੜੀ ਆ ਉਹ ਕਿਵੇਂ ਹੋਈ, ਕਿ ਸਤਿਗੁਰੂ ਦੇ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਦਿਲ ਵਿੱਚ ਕੀ ਸੋਚ ਆਈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਦਾ ਰੂਪ ਜਿਹੜਾ ਆ ਉਹ ਦਿੱਤਾ ਜਾਵੇ। ਇਹਦੇ ਬਾਰੇ ਸੰਗਤਾਂ ਦੇ ਨਾਲ ਅੱਜ ਦੇ ਐਪੀਸੋਡ ਵਿੱਚ ਤੁਸੀਂ ਸੰਗਤਾਂ ਨਾਲ ਸਾਂਝ ਪਾਓ। ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇਤਿਹਾਸ ਦੀ ਚਲਦੀ ਲੜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜੋ ਕੁਝ ਹੋਇਆ, ਵਿਚਰਿਆ ਜੀ, ਵਰਤਿਆ, ਹਾਂਜੀ, ਉਹਦੀਆਂ ਗੱਲਾਂ ਆਪਾਂ ਕਰ ਰਹੇ ਹਾਂ। ਹਾਂਜੀ। ਇੱਕ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਉਪਰੰਤ, ਕਿਉਂਕਿ ਰੋਜ਼ ਦੀਵਾਨ ਲੱਗਦੇ ਆ, ਹਾਂਜੀ ਹਾਂਜੀ, ਦੀਵਾਨ ਦੀ ਸਮਾਪਤੀ ਹੋਈ ਆ ਤੇ ਸਤਿਗੁਰੂ ਨੇ ਭਾਈ ਡੱਲਾ ਜੀ ਨੂੰ ਆਪਣੇ ਕੋਲ ਸੱਦਿਆ। ਹੁਣ ਭਾਈ ਡੱਲਾ ਜੀ ਡੱਲਾ ਸਿੰਘ ਬਣ ਚੁੱਕਾ, ਡੱਲਾ ਸਿੰਘ ਹੀ ਕਹਿਣਾ ਚਾਹੀਦਾ, ਭਾਈ ਡੱਲਾ ਸਿੰਘ ਨੂੰ ਸੱਦਿਆ, ਆਪਣੇ ਕੋਲ ਸੱਦਿਆ। ਹਾਂਜੀ। ਸੱਦ ਕੇ ਕੋਲ ਬਿਠਾਇਆ ਬੜੇ ਪਿਆਰ ਨਾਲ ਜੀ, ਤੇ ਆਖਣ ਲੱਗੇ ਗੁਰਮੁਖਾ ਪ੍ਰਬੰਧ ਕਰ। ਹਾਂਜੀ। ਹੁਣ ਅਸੀਂ ਖਾਲਸੇ ਲਈ ਪਾਵਨ ਬੀੜ ਦਾ ਜਾਪ ਕਰਨਾ ਹੈ। ਠੀਕ। ਪਾਵਨ ਬੀੜ ਆਦ ਪਾਵਨ ਬੀੜ ਦਾ ਜਾਪ ਕਰਾਂਗੇ। ਜਿੱਦਾਂ ਜਿੱਦਾਂ ਅਸੀਂ ਜਾਪ ਕਰਾਂਗੇ ਉਦਾਂ ਉਦਾਂ ਭਾਈ ਮਣੀ ਸਿੰਘ ਜੀ ਨਾਲੋਂ ਨਾਲ ਲਿਖੀ ਜਾਣਗੇ। ਠੀਕ ਹੈ। ਕਿਉਂਕਿ ਭਾਈ ਮਣੀ ਸਿੰਘ ਜੀ ਗੁਰੂ ਘਰ ਦੇ ਲਿਖਾਰੀ ਸੀ, ਅਜਮਾਏ ਹੋਏ ਸੀ ਅਨੰਦਪੁਰ ਦੇ ਵੇਲੇ ਤੋਂ ਲੈ ਕੇ। ਜੀ। ਇਹ ਨਾਲੋਂ ਨਾਲ ਲਿਖੀ ਜਾਣਗੇ ਤੇ ਜੋ ਇਹ ਲਿਖਣਗੇ, ਹਾਂਜੀ, ਉਹਦੇ ਲਿਖੇ ਹੋਏ ਦਾ ਨਾਲੋਂ ਨਾਲ ਉਹਨੂੰ ਦੇਖ ਕੇ ਉਤਾਰਾ, ਹਾਂਜੀ, ਬਾਬਾ ਦੀਪ ਸਿੰਘ ਕਰੀ ਜਾਣਗੇ। ਠੀਕ ਹੈ। ਸੋ ਅਸੀਂ ਇੱਕੋ ਟਾਈਮ ਦੋ ਸਰੂਪ ਤਿਆਰ ਕਰਵਾਉਣੇ ਆ। ਓਕੇ। ਕੀ ਅਵਸਥਾ ਬਣੀ ਹਾਂਜੀ ਕਿ ਸਤਿਗੁਰੂ ਜੀ ਤਾਂ ਇਕਾਂਤ ਚ ਹੋ ਕੇ ਬੈਠ ਕੇ ਜਾਪ ਕਰਨਗੇ, ਸਤਿਗੁਰੂ ਨੇ ਗੱਲ ਕਹਿਤੀ ਜੀ। ਭਾਈ ਮਣੀ ਸਿੰਘ ਜੀ ਉਹਨੂੰ ਲਿਖਣਗੇ। ਹਾਂਜੀ। ਤੇ ਜਿਹੜਾ ਪੱਤਰਾ ਦੱਥੇ ਵੱਜਣ ਤੋਂ ਪਹਿਲਾਂ, ਉਹਦੀ ਜਿਲਤ ਵੱਜਣ ਤੋਂ ਪਹਿਲਾਂ ਪੰਨਾ ਪੱਤਰਾ ਜਿੱਦਾਂ ਹੋਏਗਾ, ਇੱਕ ਇੱਕ ਅੰਗ ਜਾਨੀ ਕਿ ਇਦਾਂ ਸ਼ਬਦ ਵਰਤ ਲੈਣਾ ਚਾਹੀਦਾ, ਉਹਦਾ ਨਾਲੋਂ ਨਾਲ ਉਤਾਰਾ ਬਾਬਾ ਦੀਪ ਸਿੰਘ ਜੀ ਕਰੀ ਜਾਣਗੇ। ਸੋ ਦੋ ਸਰੂਪ ਇੱਕ ਵਾਰੀ ਤਿਆਰ ਹੋ ਜਾਣਗੇ, ਸਤਿਗੁਰੂ ਨੇ ਵਿਉਂਤ ਦੱਸ ਦਿੱਤੀ ਜੀ। ਤੇ ਇਹਦੇ ਲਈ ਦਲ ਸਿੰਘ, ਕਿਉਂਕਿ ਸਾਰਾ ਪ੍ਰਬੰਧ ਦਾ ਜ਼ਿੰਮੇਵਾਰ ਉਹ ਸੀ, ਉਹਦੇ ਇਲਾਕੇ ਸੀ, ਸਾਰੇ ਸਾਜੋ ਸਮਾਨ। ਇੱਕ ਤਾਂ ਇਹਦੇ ਲਈ ਸਾਰਾ ਸਾਜੋ ਸਮਾਨ ਦਾ ਇੰਤਜ਼ਾਮ ਕਰ ਜੀ, ਦੂਜਾ ਇਹਦੇ ਲਈ ਮਾਹੌਲ ਪੈਦਾ ਕਰ, ਬਿਲਕੁਲ, ਤਾਂ ਕਿ ਮਾਹੌਲ ਉਹਦੇ ਚ ਪੈਦਾ ਕਰਨਾ, ਹਾਂਜੀ, ਬਈ ਦਿਨ ਦੇ ਟਾਈਮ ਕੋਈ ਸੰਗਤਾਂ ਵਗੈਰਾ ਜਿਹੜੀ ਅੱਗੇ ਸਾਰੀ ਦਿਹਾੜੀ ਦਰਸ਼ਨ ਲਈ ਆਉਂਦੀਆਂ ਸੀ, ਉਹ ਸੰਗਤਾਂ ਦੀ ਆਵਾਜਾਈ ਥੋੜੀ ਘੱਟ ਕੀਤੀ ਜਾਵੇ ਜੀ, ਥੋੜਾ ਇਕਾਂਤ ਮਾਹੌਲ ਪੈਦਾ ਕੀਤਾ ਜਾਵੇ। ਉਹਦੇ ਲਈ ਵੱਖਰੇ ਟੈਂਟ ਦਾ ਇੰਤਜ਼ਾਮ ਕੀਤਾ ਜਾਵੇ, ਜਿਹਦਾ ਵੱਖਰੇ ਤੰਬੂ ਦਾ ਇੰਤਜ਼ਾਮ ਕੀਤਾ ਜਾਵੇ। ਹਾਂਜੀ। ਔਰ ਮੈਂ ਇੱਥੇ ਇੱਕ ਸ਼ਬਦ ਹੋਰ ਕਹਿ ਦਿਆਂ ਕਿ ਕਈ ਸ਼ਾਇਦ ਗੁਰਮੁਖਾਂ ਨੂੰ ਉਤਾਰਾ ਸ਼ਬਦ ਨਾ ਸਮਝ ਆਉਂਦਾ ਹੋਵੇ। ਭਾਈ ਮਣੀ, ਜੋ ਸਤਿਗੁਰੂ ਬੋਲਦੇ ਭਾਈ ਮਣੀ ਸਿੰਘ ਨੇ ਲਿਖੀ ਜਾਣਾ। ਹਾਂਜੀ। ਅੱਜ ਆਪਾਂ ਉਤਾਰਾ ਕਰਨਾ ਤੇ ਅੱਜ ਆਪਾਂ ਕਹਾਂਗੇ ਚੀਜ਼ ਦੀ ਕਾਪੀ ਕਰ ਲਾ, ਕਾਪੀ ਕਰਨੀ। ਹਾਂਜੀ ਹਾਂਜੀ, ਫੋਟੋਸਟੇਟ ਕਾਪੀ ਹੋ ਜਾਣੀ ਆ ਜੀ। ਪਰ ਉਹਨਾਂ ਦੇ ਫੋਟੋਸਟੇਟ ਕਾਪੀਆਂ ਨਹੀਂ ਸੀ ਹੁੰਦੀਆਂ ਜੀ ਜੀ। ਤੁਹਾਨੂੰ ਹੱਥ ਨਾਲ ਹੀ ਜੋ ਲਿਖਿਆ ਉਹ ਦੇਖ ਕੇ ਫਿਰ ਲਿਖਣਾ ਪੈਂਦਾ ਸੀ ਜੀ, ਕਿ ਜਿੱਦਾਂ ਜਿੱਦਾਂ ਭਾਈ ਮਣੀ ਸਿੰਘ ਜੀ ਲਿਖਣਗੇ ਉਦਾਂ ਉਹਦੀ ਕਾਪੀ, ਹਾਂਜੀ,
ਉਹਦਾ ਉਤਾਰਾ ਬਾਬਾ ਦੀਪ ਸਿੰਘ ਉਤਾਰਾ ਵਰਤ ਸ਼ਬਦ ਉਹ ਬਾਬਾ ਦੀਪ ਸਿੰਘ ਜੀ ਕਰੀ ਜਾਣਗੇ ਉਤਾਰਾ ਜੀ, ਉਹਦਾ ਬਾਬਾ ਦੀਪ ਸਿੰਘ ਕਰੀ ਜਾਣਗੇ। ਸੋ ਦੋ ਜਿਹੜੇ ਇੱਕੋ ਵਾਰੀ ਸਰੂਪ ਤਿਆਰ ਹੋ ਜਾਣਗੇ। ਖੈਰ ਸੋ ਸਾਰਾ ਪ੍ਰਬੰਧ ਕਰਨ ਲਈ ਭਾਈ ਡੱਲਾ ਜੀ ਨੂੰ ਆਖ ਦਿੱਤਾ। ਵੱਖਰੇ ਤੰਬੂ ਦਾ ਇੰਤਜ਼ਾਮ ਕਰਨਾ ਜਿਹਦੇ ਲਈ ਸੰਗਤ ਦੀ ਆਵਾਜਾਈ ਘੱਟ ਹੋਵੇ, ਜਿੱਥੇ ਹੁਣ ਸਤਿਗੁਰੂ ਨੇ ਕਲਮਾਂ ਆਪਦੇ ਹੱਥੀਂ ਘੜੀਆਂ ਸੀਗੀਆਂ, ਹਾਂਜੀ, ਉਹ ਸਤਿਗੁਰੂ ਨੇ ਕਲਮਾਂ ਕੁਛ ਇੰਤਜ਼ਾਮ ਕੀਤੀ, ਕਿਉਂਕਿ ਜਦੋਂ ਲਿਖਾਈ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਆ ਨਾ, ਹਾਂਜੀ, ਉਹਦੇ ਲਈ ਕਲਮ ਦੀ ਘਾਟ ਬੜੀ ਜ਼ਰੂਰੀ ਆ। ਜੀ ਜੀ, ਇਹ ਜਦੋਂ ਭਾਈ ਗੁਰਦਾਸ ਤੋਂ ਕਰਾਈ ਸੀ ਉਦੋਂ ਵੀ ਕਲਮਾਂ ਦੀ ਘੜਨ ਦੀ ਜ਼ਿੰਮੇਵਾਰੀ ਕਿਤੇ ਲਾਈ ਗਈ ਸੀ। ਹੁਣ ਸਤਿਗੁਰੂ ਨੇ ਆਪ ਵੀ ਪਹਿਲਾਂ ਕਲਮਾਂ ਘੜੀਆਂ, ਉਹ ਇੱਕ ਤਰ੍ਹਾਂ ਦੀ ਉਹਦੇ ਲਈ ਮੈਂ ਸੋਚਦਾ ਵੀ ਸਤਿਗੁਰੂ ਦੀ ਪ੍ਰੈਕਟਿਸ ਸੀ ਸ਼ਾਇਦ ਕਲਮਾਂ ਘੜਨ ਦੇ ਲਈ, ਉਦਾਂ ਦੀ ਯਾਨੀ ਸਿੱਖਾਂ ਨੂੰ ਕਰਾਉਣੀ ਜਿੱਦਾਂ ਵੀ ਇਦਾਂ ਕਲਮ ਘੜਨੀ ਆ। ਤੇ ਉਹ ਕਲਮ ਕਿੱਦਾਂ ਘੜਨੀ ਆ ਭਾਈ ਡੱਲੇ ਨੂੰ ਕੋਲ ਬੈਠਾ ਕੇ ਦੱਸਤਾ, ਬਾਕੀ ਗੁਰਸਿੱਖਾਂ ਨੂੰ ਵੀ ਦੱਸਿਆ ਹੋਊਗਾ। ਤੇ ਕਲਮ ਲਿਖਦਿਆਂ ਕਲਮ ਅੱਜ ਵਰਗੀ ਨਹੀਂ ਹੁੰਦੀ ਸੀ, ਕਾਨੇ ਦੀ ਕਲਮ ਹੁੰਦੀ ਸੀਗੀ ਜੀ। ਸ਼ਾਇਦ ਕੁਝ ਗੁਰਸਿੱਖਾਂ ਨੇ ਸਾਡੀ ਉਮਰ ਦਿਆਂ ਨੇ ਵਰਤੀਆਂ ਹੋਣ, ਪਰ ਅੱਜ ਕੱਲ ਤਾਂ ਹੁਣ ਕਲਮਾਂ ਰਹੀਆਂ ਹੀ ਨਹੀਂ। ਨਾ ਫੱਟੀਆਂ ਰਹੀਆਂ, ਨਾ ਦਵਾਤਾਂ ਰਹੀਆਂ, ਨਾ ਕਲਮਾਂ ਰਹੀਆਂ, ਨਾ ਸਲੇਟਾਂ ਰਹੀਆਂ, ਕੁਝ ਵੀ ਨਹੀਂ ਰਿਹਾ। ਨਾ ਲਿਖਾਈਆਂ ਰਹੀਆਂ, ਹੁਣ ਲਿਖਦੇ ਵੀ ਨਹੀਂ। ਲਿਖਦਾ ਹੁਣ ਤਾਂ ਬਿਲਕੁਲ, ਹੁਣ ਤਾਂ ਜਦੋਂ ਕਦੇ ਹੱਥ ਨਾਲ ਲਿਖਣਾ ਪੈਂਦਾ ਹੈ ਉਦੋਂ ਇਦਾਂ ਲੱਗਦਾ ਵੀ ਪਤਾ ਨਹੀਂ ਕਿੰਨਾ ਔਖਾ ਕੰਮ ਕਰਨਾ ਪੈ ਰਿਹਾ ਆ। ਕੰਪਿਊਟਰ ਨੇ ਸਾਰੀ ਟਾਈਪਿੰਗ ਜਿਹੜੀ ਖਤਮ ਕਰ ਦਿੱਤੀ ਹੋਈ ਹੈ। ਠੀਕ ਹੈ, ਟਾਈਪਿੰਗ ਸ਼ੁਰੂ ਹੋ ਗਈ, ਸਾਰੀ ਲਿਖਾਈ ਖਤਮ ਹੋ ਗਈ। ਹੱਥਾਂ ਦੀਆਂ ਲਿਖਾਈਆਂ ਜਿਨ੍ਹਾਂ ਦੀ ਖੂਬਸੂਰਤ ਹੁੰਦੀਆਂ ਸੀ ਉਹਨਾਂ ਦਾ ਵੱਖਰਾ ਸਤਿਕਾਰ ਹੁੰਦਾ ਸੀ। ਭਾਈ ਮਨੀ ਸਿੰਘ ਦੀ ਲਿਖਾਈ ਬਹੁਤ ਖੂਬਸੂਰਤ ਸੀਗੀ, ਗੁਰੂ ਘਰ ਦੇ ਲਿਖਾਰੀ ਸੀਗੇ, ਗੁਰੂ ਸਾਹਿਬਾਨ ਦੇ ਨਾਲ ਰਹੇ ਸੀਗੇ। ਤੇ ਬਾਬਾ ਦੀਪ ਸਿੰਘ ਦੀ ਲਿਖਾਈ ਖੁਸ਼ਖਤ ਦੇਖ ਕੇ ਜਿਹੜਾ ਗੁਟਕਾ ਬਾਬਾ ਦੀਪ ਸਿੰਘ ਨੇ ਆਨੰਦਪੁਰ ਤਿਆਰ ਕੀਤਾ ਸੀ, ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀਗਾ ਭਾਈ ਉਹਨਾਂ ਦੀ ਜ਼ਿੰਮੇਵਾਰੀ ਲਾਈ ਸੀ, ਭਾਈ ਬਈ ਤੁਹਾਡੀ ਤਾਂ ਲਿਖਾਈ ਬੜੀ ਸੁੰਦਰ ਆ ਤੇ ਗੁਟਕਾ ਬੜਾ ਸੁੰਦਰ ਆ। ਤੇ ਗੁਟਕਾ ਸੁੰਦਰ ਆਖ ਦਿੱਤਾ ਸੀਗਾ, ਉਹਦਾ ਨਾਂ ਹੀ ਸੁੰਦਰ ਗੁਟਕਾ ਪੈ ਗਿਆ। ਆਪਾਂ ਪਹਿਲਾਂ ਗੱਲ ਕਰ ਚੁੱਕੇ ਇਹ। ਖੈਰ ਸੋ ਬਾਬਾ ਦੀਪ ਸਿੰਘ ਦੀ ਵੀ ਲਿਖਾਈ ਤੇ ਭਾਈ ਮਨੀ ਸਿੰਘ ਦੀ ਲਿਖਾਰੀ ਦੇ ਤੌਰ ਤੇ ਗੁਰੂ ਘਰ ਦੇ ਰਹਿ ਚੁੱਕੇ ਸੀ। ਆਨੰਦਪੁਰ ਸਾਹਿਬ ਵਿਖੇ ਲਿਖਾਈਆਂ ਬਹੁਤ ਵਧੀਆ ਸੀ। ਕਲਮ ਦੀ ਘਾਟ ਦੀ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਲਿਖੀ ਜਾਣਾ ਕਲਮ ਨੇ ਇੱਕ ਬੰਨੇ ਜਿੱਧਰੂ ਤੇ ਜ਼ੋਰ ਪੈਣਾ ਉਹਨੇ ਘਸਣਾ ਹੈ, ਉੱਚੀ ਨੀਵੀਂ ਹੋ ਜਾਣਾ ਹੈ। ਉੱਚੀ ਨੀਵੀਂ ਹੋਏਗੀ ਕਲਮ ਤੇ ਇੱਕ ਬੰਨੇ ਉਹ ਬਰੀਕ ਹੋ ਜਾਏਗੀ, ਇੱਕ ਬੰਨੇ ਮੋਟੀ ਹੋ ਜਾਏਗੀ, ਜਿੱਦਾਂ ਹੋਊਗੀ ਫਿਰ ਮੋਟੀ ਹੋ ਜਾਣੀ, ਦੂਜੀ ਬਰੀਕ ਹੋ ਜਾਣੀ ਆ। ਸੋ ਕਲਮ ਕਿੱਥੇ ਤੱਕ ਘਸੇ ਤੇ ਕਲਮ ਨੂੰ ਰੱਖਣਾ ਕਿੱਦਾਂ ਵਰਤਣ ਲੱਗਿਆ, ਇਹ ਸਾਰੇ ਗੁਰ ਹੁੰਦੇ ਸੀਗੇ। ਤੇ ਕਿਸੇ ਦਾ ਘਸੇ ਤਾਂ ਦੂਜੀ ਕਲਮ ਲੱਗ ਜਾਏ। ਪੂਰਾ ਗੁਰੂ ਗ੍ਰੰਥ ਸਾਹਿਬ 1430 ਪੰਨੇ ਵਾਲਾ, ਯਾਨੀ ਕਿ ਐਡੀ ਬਾਣੀਆਂ ਤਿਆਰ ਹੋਣੀਆਂ, ਮੋਟੇ ਅੱਖਰਾਂ 'ਚ ਲਿਖ ਹੋਣੀਆਂ। ਸੋ ਕਲਮਾਂ ਘੜਨੀਆਂ ਸ਼ੁਰੂ ਹੋ ਗਈਆਂ। ਸਤਿਗੁਰੂ ਨੇ ਪਹਿਲਾਂ ਹੀ ਘੜਨੀਆਂ ਸ਼ੁਰੂ ਕਰ ਦਿੱਤੀਆਂ ਸੀ। ਕਲਮਾਂ ਦੀ ਘਾੜ ਸ਼ੁਰੂ ਹੋਈ, ਸ਼ਾਹੀ ਦਵੈਤਾਂ ਤਿਆਰ ਹੋਈਆਂ, ਤੰਬੂ ਵੱਖਰੇ ਲੱਗੇ। ਸਾਰਾ ਇੰਤਜ਼ਾਮ ਕਰਨ ਦੇ ਲਈ ਬਾਬਾ ਡੱਲਾ ਸਿੰਘ ਜੀ ਦੀ ਜ਼ਿੰਮੇਵਾਰੀ ਲਾਤੀ ਗੁਰੂ ਸਾਹਿਬ ਨੇ, ਉਹਨੂੰ ਕੋਲ ਬਿਠਾ ਕੇ। ਔਰ ਫਿਰ ਸਤਿਗੁਰੂ ਨੇ ਕਈ ਮਹੀਨੇ ਤੰਬੂ 'ਚ ਬੈਠ ਕੇ, ਇਕਾਂਤ ਵਾਲੇ ਤੰਬੂ 'ਚ ਬੈਠ ਕੇ ਸਤਿਗੁਰੂ ਜੀ ਨੇ ਬਾਣੀ ਦਾ ਜਾਪ ਕੀਤਾ ਆਪਣੀ ਸੁਰਤੀ ਦੇ ਵਿੱਚ। ਇੱਥੇ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ, ਸਾਡੇ ਬਹੁਤ ਪ੍ਰਚਲਿਤ ਸਾਖੀ ਆ ਕਿ ਸਤਿਗੁਰੂ ਨੇ ਜੀ ਦਮਦਮਾ ਸਾਹਿਬ ਤੋਂ ਕਰਤਾਰਪੁਰ ਕੋ ਸਿੱਖਾਂ ਨੂੰ ਭੇਜਿਆ ਬਾਬਾ ਧੀਰਮਲ ਦੇ ਕੋਲ, ਕਿ ਤੁਸੀਂ ਜੀ ਸਾਨੂੰ ਬੀੜ ਦਿਓ ਤੇ ਅਸੀਂ ਉਹ ਤੋਂ ਉਤਾਰ ਕੇ ਉਹਦਾ ਉਤਾਰਾ ਕਰਾਂਗੇ, ਉਹਦੀ ਨਕਲ ਕਰਾਂਗੇ। ਇਹ ਸਤਿਗੁਰ ਦੀ ਸੁਰਤੀ ਦੇ ਅੰਦਰ ਪੂਰਾ ਗੁਰੂ ਗ੍ਰੰਥ ਸਾਹਿਬ ਵਸਿਆ ਹੋਇਆ ਆ। ਸਤਿਗੁਰ ਨੂੰ ਕਿਤੇ ਲੋੜ ਨਹੀਂ। ਇੱਕ ਗੱਲ ਤਾਂ ਇਹ। ਦੂਜੀ ਗੱਲ, ਆਨੰਦਪੁਰ ਯਾਨੀ ਕਿ ਭਾਈ ਧੀਰਮਲ ਦੇ ਕੋਲ ਤਾਂ ਜਿਹੜਾ ਉਹ ਸਰੂਪ ਆ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਲੈ ਕੇ ਪਿਆ ਆ। ਇਹਦਾ ਮਤਲਬ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜਿਹੜਾ ਸਾਰਾ ਸਮਾਂ ਸੀ ਤਕਰੀਬਨ, ਜੇ ਉਦੋਂ ਤੋਂ ਲੈ ਕੇ ਸਮਾਂ ਗਿਣ ਲਿਆ ਜਾਵੇ, ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜੰਗਾਂ ਹੋਈਆਂ ਉਦੋਂ ਤੋਂ ਲੈ ਕੇ ਜੇ ਸਮਾਂ ਗਿਣ ਲਿਆ ਜਾਵੇ ਤੇ ਉਹਦੇ ਨਾਲ 4 ਪਾਤਸ਼ਾਹੀਆਂ ਘੱਟੋ ਘੱਟ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਦਾ ਸਮਾਂ ਜਿਹੜਾ ਸੀ ਉਹ ਗੁਰੂ ਗ੍ਰੰਥ ਸਾਹਿਬ ਬਿਨਾਂ ਹੀ ਕੱਟ ਲਿਆ। ਯਾਨੀ ਬਾਣੀ ਦਾ ਜਿਹੜਾ ਸਰੋਤ ਸੀ ਉਹ ਤੋਂ ਬੜਾ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਤਾਰੇ ਨਾਲੋਂ ਨਾਲ ਹੋਣੇ ਸ਼ੁਰੂ ਹੋ ਗਏ ਸਨ। ਹਾਲੇ ਕਿ ਜਦੋਂ ਗੁਰੂ ਭਾਈ ਗੁਰਦਾਸ ਜੀ ਨੇ ਲਿਖਿਆ ਹੀ ਸੀ ਗੁਰੂ ਗ੍ਰੰਥ ਸਾਹਿਬ ਅਜੇ ਜਦੋਂ ਅਜੇ ਉਹਦੀ ਜਿਲਤ ਹੀ ਵੱਜਣੀ ਸੀ, ਜਿਲਤ ਬੰਨਣ ਦੇ ਨਾਲ ਹੀ ਭਾਈ ਬੰਨੋ ਵਾਲਾ ਉਤਾਰਾ ਤਿਆਰ ਹੋ ਗਿਆ ਸੀਗਾ। ਨਾਲ ਉਹ ਤੋਂ ਹੋਰ ਬੜੇ ਉਤਾਰੇ ਹੋਏ ਹੋਣਗੇ, ਗੁਰਸਿੱਖਾਂ ਨੇ ਕੀਤੇ ਹੋਣਗੇ। ਈਵਨ ਸਾਡੇ ਕੋਲ ਮਿਲਦਾ ਭਾਈ ਵਿਧੀ ਚੰਦ ਜੀ ਨੇ ਵੀ ਉਤਾਰਾ ਕੀਤਾ ਸੀ ਜਦੋਂ ਹਮਲਾ ਹੋਇਆ, ਉਤਾਰਾ ਕਰ ਰਿਹਾ ਸੀਗੇ ਤੇ ਬਲਾਵਲ ਰਾਗ ਤੇ ਪਹੁੰਚੇ ਸੀ। ਕਰਤਾਰਪੁਰ ਹਮਲਾ ਹੋ ਗਿਆ, ਉੱਥੇ ਡੱਕ ਦਿੱਤਾ ਗਿਆ, ਉਹ ਬਾਅਦ 'ਚ ਪੂਰਾ ਨਹੀਂ ਹੋਇਆ। ਉਹ ਅੱਜ ਵੀ ਵਿਧੀ ਚੰਦ ਦੀ ਟਕਸਾਲ ਦੇ ਕੋਲ ਪਿਆ ਆ, ਜਿਹੜਾ ਦਾਲਿਆ ਵਿਧੀ ਚੰਦ ਉਹਨਾਂ ਕੋਲ ਪਿਆ ਆ। ਸੋ ਤਾਰੇ ਹੈਗੇ ਸੀ, ਆਨੰਦਪੁਰ ਵੀ ਹੈਗੇ ਸੀਗੇ, ਸਾਰੇ ਕੁਛ ਇਦਾਂ ਦੀ ਗੱਲ, ਕਿਸੇ ਕੋਲ ਜਾਣ ਦੀ ਲੋੜ ਹੈ ਨਹੀਂ ਸੀ, ਸਾਰੇ ਦੇ ਸਾਰੇ ਹੈਗੇ ਸੀ। ਤੇ ਦੂਜੀ ਗੱਲ ਕਿ ਧੀਰਮਲ ਤਾਂ 1676 ਈਸਵੀ ਚੱਲ ਵਸਿਆ ਸੀਗਾ। ਧੀਰਮਲ ਵੀ ਚੱਲ ਵਸਿਆ ਸੀਗਾ ਰਣਥੰਭੌਰ ਦੀ ਜੇਲ੍ਹ ਦੇ ਅੰਦਰ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਸਾਲ ਦੇ ਸਮੇਂ ਦੇ ਅੰਦਰ 1675 ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੋਈ
ਤੇ 1676 ਦੇ ਵਿੱਚ ਧੀਰਮਲ ਧੀਰਮਲ ਵੀ ਚੱਲ ਦੱਸਿਆ ਸੀ। ਤੇ ਇਹ ਜਿਹੜਾ ਸਮਾਂ 1707 ਦਾ ਆ, ਹਾਂਜੀ, ਜਾਣੀ ਕਿ ਉਦੋਂ ਘੱਟੋ ਘੱਟ 32 ਸਾਲ ਦਾ ਬਾਅਦ ਦਾ ਸਮਾਂ। ਅੱਛਾ। ਧੀਰਮਲ ਹੈ ਹੀ ਨਹੀਂ ਸੀ। ਹਾਂਜੀ। ਧੀਰਮਲ ਦੇ ਚਲਾਣੇ ਤੋਂ ਬਾਅਦ ਉਹਦੇ ਪੁੱਤਰ ਨੂੰ ਵੀ ਫੜ ਕੇ ਲੈ ਗਏ ਸੀਗੇ। ਉਹਦੇ ਪੁੱਤਰ ਦਾ ਵੀ ਕਾਲ ਚਲਾਣਾ ਹੋ ਚੁੱਕਾ ਸੀਗਾ ਜੇਲ੍ਹ ਦੇ ਵਿੱਚ। ਸੋ ਉਹਨੂੰ ਵੀ ਮਾਰਿਆ ਗਿਆ ਸੀ, ਦਿੱਲੀ ਲਿਜਾ ਕੇ ਮਾਰਿਆ ਗਿਆ ਸੀਗਾ, ਯਾਨੀ ਕਤਲ ਕੀਤਾ ਗਿਆ ਸੀ। ਸ਼ਹੀਦ ਸ਼ਬਦ ਵਰਤਿਆ ਜਾ ਸਕਦਾ ਉਹਨਾਂ ਲਈ ਵੀ, ਸਾਡੇ ਇਤਿਹਾਸ ਦੇ ਪੁਰਾਣੇ ਬੰਦੇ ਵਰਤਦੇ ਰਹੇ ਆ। ਉਹਦੇ ਧੀਰਮਲ ਦੇ ਪੁੱਤਰ ਨੂੰ ਵੀ। ਸੋ ਨਾ ਧੀਰਮਲ ਸੀ ਨਾ ਧੀਰਮਲ ਦਾ ਪੁੱਤਰ ਸੀ, ਪਰ ਕਰਤਾਰਪੁਰ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਬਹਾਰ ਚੰਦ ਨਾਂ ਦਾ ਵਿਅਕਤੀ ਜ਼ਰੂਰ ਬੈਠਾ ਸੀਗਾ। ਇਹ ਪੋਤਾ ਸੀ ਸ਼ਾਇਦ ਧੀਰਮਲ ਦਾ, ਜ਼ਰੂਰ ਬੈਠਾ ਸੀਗਾ। ਪਰ ਸਤਿਗੁਰੂ ਨੂੰ ਲੋੜ ਨਹੀਂ ਸੀ ਕਿਸੇ ਦੇ ਕੋਲੋਂ ਮੰਗਣ ਦੀ। ਉਹ ਮੈਂ ਸੋਚਦਾ ਵੀ ਕਈ ਗੱਲਾਂ ਉਦਾਂ ਹੀ ਸਾਖੀ ਦੇ ਤੌਰ ਤੇ ਕਰ ਲਈਆਂ ਜਾਂਦੀਆਂ, ਉਹ ਸੀਨਾ ਪਸੀਨਾ ਚੱਲੀਆਂ ਰਹਿੰਦੀਆਂ। ਜੇ ਧੀਰਮਲ ਤਾਂ ਬਿਲਕੁਲ ਹੈ ਹੀ ਨਹੀਂ ਸੀ, ਉਹਦਾ ਪੁੱਤਰ ਵੀ ਚੱਲ ਵਸਿਆ ਹੋਇਆ ਸੀਗਾ। ਇਸ ਕਰਕੇ ਜੇ ਕਿਤੇ ਮੰਗ ਹੋਈ ਵੀ ਹੋਵੇ, ਹਾਂਜੀ, ਤਾਂ ਬਹਾਰ ਚੰਦ ਤੋਂ ਹੋਣੀ ਚਾਹੀਦੀ, ਉਹਦੇ ਪੋਤੇ ਦੇ ਕੋਲੋਂ। ਹਾਂਜੀ, ਉਹਦਾ ਤੇ ਨਾਂ ਨਹੀਂ। ਅੱਛਾ, ਉਹਦਾ ਕਿਤੇ ਨਾਂ ਨਹੀਂ, ਉਹਦੇ ਕੋਲ ਹੋਣੀ ਚਾਹੀਦੀ ਆ। ਪਰ ਜੇ ਹੋਈ ਵੀ ਹੋਵੇ ਤਾਂ ਹੋਣੀ ਚਾਹੀਦੀ। ਪਰ ਦਮਦਮਾ ਸਾਹਿਬ ਕਿੱਥੇ ਤੇ ਕਰਤਾਰਪੁਰ ਕਿੱਥੇ, ਉਦੋਂ ਦੇ ਸਮੇਂ, ਉਦੋਂ ਦੇ ਸਾਧਨ, ਇਹ ਗੱਲ ਮੰਨਣ ਯੋਗ ਨਹੀਂ ਬਾਲੀ ਲੱਗਦੀ। ਉਹ ਫਿਰ ਸਤਿਗੁਰੂ ਨੂੰ ਲੋੜ ਵੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਤਿਗੁਰੂ ਦੇ ਕੋਲ ਜ਼ਰੂਰ, ਯਾਨੀ ਕਿ ਚਾਰਾਂ ਪਾਤਸ਼ਾਹਾਂ ਦੇ ਵੇਲੇ ਹੋਰ ਗੁਰਸਿੱਖਾਂ ਦੇ ਕੋਲ ਵੀ ਹੋਣਗੇ। ਇਦਾਂ ਤਾਂ ਹੈ ਨਹੀਂ ਕਿ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਸਿਰਫ ਉਹਦੇ ਕੋਲ ਹੀ ਸੀ, ਇਦਾਂ ਨਹੀਂ ਸੀ ਹੈਗਾ। ਪਰ ਸਤਿਗੁਰੂ ਨੇ ਆਪਣੀ ਸਿਮਰਤੀ ਵਿੱਚੋਂ, ਕਿਉਂਕਿ ਇਹ ਗੱਲ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਗੁਰੂ ਜਦੋਂ ਜੋਤ ਸਰੂਪ ਦੇ ਤੌਰ ਤੇ ਗੁਰੂ ਨਾਨਕ ਦੀ ਗੱਦੀ ਦੇ ਤੌਰ ਤੇ ਵਿਚਰ ਰਿਹਾ ਆ, ਗੁਰਬਾਣੀ ਦਾ ਗੁਰੂ ਦਾ ਸਰੋਤ ਸਾਰੇ ਦਾ ਸਾਰਾ ਉਹਦੇ ਹਿਰਦੇ ਅੰਦਰ ਵਸਿਆ ਹੋਇਆ ਹੈ। ਬ੍ਰਹਮ ਜਿਹੜਾ ਆ ਉਹ ਪ੍ਰਮਾਤਮਾ ਦਾ ਉਹਦੇ ਅੰਦਰ ਵਸਿਆ ਹੋਇਆ, ਪ੍ਰਮਾਤਮਾ ਦੀ ਜੋਤ ਹੀ ਬਾਣੀ ਆ, ਤੇ ਉਹ ਬਿਲਕੁਲ ਉਹਦੀ ਸੁਰਤੀ ਦੇ ਵਿੱਚੋਂ ਸਿਮਰਨ ਹੋਣਾ। ਇਹ ਗੱਲ ਹਰਿੰਦਰ ਸਾਹਿਬ ਮਹਿਬੂਬ ਨੇ ਬੜੇ ਵਿਸਤਾਰ ਨਾਲ ਆਪਣੇ ਗ੍ਰੰਥ ਸਹਿਜੇ ਰਚਿਓ ਖਾਲਸਾ ਦੇ ਵਿੱਚ ਇਹਨੂੰ ਬੜੇ ਵਿਸਤਾਰ ਦੇ ਨਾਲ ਕਿਹਾ ਆ। ਇਹ ਗੱਲ ਜਿਹੜੀ ਆ ਉਸ ਅੰਦਾਜ਼ ਦੇ ਵਿੱਚ ਹੀ ਸਮਝ ਲੈਣੀ ਚਾਹੀਦੀ। ਉਹਨੇ ਪੁਰਾਤਨ ਇਤਿਹਾਸ ਦੇ ਸਰੋਤਾਂ ਨੂੰ ਆਧਾਰ ਬਣਾ ਕੇ ਕਹੀ ਆ। ਤੇ ਮੈਂ ਇੱਥੇ ਹਰਿੰਦਰ ਸਿੰਘ ਮਹਿਬੂਬ ਨੂੰ ਕੋਡ ਕਰ ਰਿਹਾ ਉਹਦੇ ਸਹਿਜੇ ਰਚਿਓ ਖਾਲਸਾ ਨੂੰ, ਜ਼ਰੂਰ ਪੜ੍ਹ ਲਿਓ। 1212 ਪੇਜ ਦਾ ਉਹ ਸਹਿਜੇ ਰਚਿਓ ਖਾਲਸਾ ਕਿਤਾਬ ਆ, ਬਰੀਕ ਲਿਖਾਈ ਦੇ ਵਿੱਚ ਆ। ਔਰ ਪਰ ਹਰਿੰਦਰ ਸਿੰਘ ਮਹਿਬੂਬ ਨੇ ਉੱਤੇ ਬਹੁਤ ਮਿਹਨਤ ਕੀਤੀ। ਕਈ ਗੱਲਾਂ ਨਾਲ ਅਸੀਂ ਸ਼ਾਇਦ ਸਹਿਮਤ ਵੀ ਨਾ ਹੋਵਾਂਗੇ, ਪਰ ਜਿਹੜੀਆਂ ਗੱਲਾਂ ਉਹਦੀ ਜਿਹੜੀ ਬੋਲੀ ਸ਼ੈਲੀ, ਉਹਦੀ ਸ਼ਰਧਾ ਜਿਹੜੀ, ਉਹ ਦਿਲ ਨੂੰ ਸੱਚੀ ਧੂ ਪਾਉਣ ਵਾਲੀ ਆ। ਜ਼ਰੂਰ ਪੜ੍ਹ ਲੈਣਾ ਚਾਹੀਦਾ। ਕਈ ਗ੍ਰੰਥਾਂ ਨਾਲ ਅਸੀਂ ਸਹਿਮਤ ਨਹੀਂ ਹੁੰਦੇ, ਪਰ ਹਾਂ ਕੋਈ ਵੀ ਗ੍ਰੰਥ ਇਹੋ ਜਿਹਾ ਨਹੀਂ ਹੁੰਦਾ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਗੁਰੂ ਸਾਹਿਬ ਦੀਆਂ ਲਿਖਤਾਂ ਤੋਂ ਬਿਨਾਂ ਕੋਈ ਵੀ ਦੁਨੀਆ ਦਾ ਗ੍ਰੰਥ ਇਹੋ ਜਿਹਾ ਨਹੀਂ ਹੋਏਗਾ ਜਿਹਦੇ ਨਾਲ ਤੁਸੀਂ ਪੂਰੇ ਦੇ ਪੂਰੇ ਸਹਿਮਤ ਹੋ ਸਕੋਗੇ। ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇੱਕ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਗੁਰੂ ਦੀਆਂ ਲਿਖਤਾਂ ਨੂੰ ਛੱਡ ਕੇ ਬਾਕੀ ਸਾਰੀ ਹਰ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਭੁੱਲ, ਕਿਤੇ ਨਾ ਕਿਤੇ ਊਣਤਾ ਹੀ ਹੋਣੀ ਆ। ਉਹ ਰਹਿਣੀ ਆ। ਇਸੇ ਕਰਕੇ ਉਹ ਭੁੱਲ ਗੁਰੂ ਕਰਤਾਰ ਵਾਲੀ ਗੱਲ ਹੈਗੀ, ਸਤਿਗੁਰੂ ਨੇ ਕਹੀ ਹੋਈ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗੁਰੂ ਦਾ ਵਾਕ ਦੀ ਸੱਤਿਆ ਇਸੇ ਗੱਲ ਦੇ ਵਿੱਚ ਹੈ। ਖੈਰ, ਮੈਂ ਗੱਲ ਤੋਰ ਲਵਾਂ। ਫਿਰ ਜਦੋਂ ਸਾਰੀ ਤਿਆਰੀ ਹੋ ਗਈ, ਸਤਿਗੁਰੂ ਜੀ ਕਈ ਮਹੀਨੇ ਇੱਕ ਤੰਬੂ 'ਚ ਬੈਠੇ। ਬੈਠ ਕੇ ਸਤਿਗੁਰੂ ਨੇ ਪਾਵਨ ਬੀੜ ਦਾ ਆਪਣੀ ਸਿਮਰਨ ਤੋਂ, ਆਪਣੀ ਸੁਰਤੀ ਤੋਂ ਜਾਪ ਕੀਤਾ। ਭਾਈ ਜਿੱਦਾਂ ਉਹ ਬੋਲ ਚਾਰਦੇ ਜਾਂਦੇ, ਭਾਈ ਮਣੀ ਸਿੰਘ ਜੀ ਲਿਖੀ ਜਾਂਦੇ। ਔਰ ਮੈਂ ਇੱਥੇ ਇਹ ਗੱਲ ਕਹਿ ਦਿਆਂ ਕਿ ਇਕੱਲੇ ਗੁਰੂ ਨਹੀਂ, ਗੁਰੂ ਦੇ ਸਿੱਖ ਵੀ, ਉਹਨਾਂ ਦੀ ਸੁਰਤੀ ਅੰਦਰ ਵੀ ਬਾਣੀ ਵਸੀ ਹੋਈ ਹੈ। ਜੇ ਕਿਤੇ ਬਾਣੀ ਨਾ ਵਸੀ ਹੁੰਦੀ ਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੁਰਬਾਣੀ ਵਿਆਕਰਨ ਦੇ ਹਿਸਾਬ ਨਾਲ ਪ੍ਰੋਫੈਸਰ ਸਾਹਿਬ ਨੇ ਬੇਸ਼ੱਕ ਬਾਅਦ 'ਚ ਗੱਲ ਕੀਤੀ ਆ, ਪਰ ਕਿੱਥੇ ਔਂਕੜ ਲੱਗਣੀ ਹੈ, ਕਿੱਥੇ ਸਿਹਾਰੀ ਲੱਗਣੀ ਹੈ, ਕਿੱਥੇ ਸਿਹਾਰੀ ਨਹੀਂ ਲੱਗਣੀ, ਕਿੱਥੇ ਔਂਕੜ ਨਹੀਂ ਲੱਗਣੀ, ਉਹ ਕਈ ਵਾਰੀ ਬੋਲਾਂ 'ਚ ਨਹੀਂ ਆਉਂਦਾ ਸ਼ਬਦ। ਪਰ ਭਾਈ ਮਨੀ ਸਿੰਘ ਨੇ ਜਿੱਦਾਂ ਸਤਿਗੁਰੂ ਨੇ ਉਚਾਰਿਆ, ਉਦਾਂ ਆਪਣੀ ਸੁਰਤੀ ਦੇ ਵਿੱਚੋਂ ਭਾਈ ਮਨੀ ਸਿੰਘ ਨੇ ਵੀ ਉਦਾਂ ਜਿੱਦਾਂ ਜਿੱਥੇ ਜਿਹੜੇ ਅੱਖਰ ਲੱਗਣੇ ਸੀ ਉਦਾਂ ਲਾ ਕੇ ਲੱਗ ਕਰਨੇ ਮਾਤਰ ਤੱਕ ਸਹੀ ਉਹਦੀ ਲਿਖਾਵਟ ਕੀਤੀ। ਤੇ ਫਿਰ ਸਤਿਗੁਰੂ ਦਾ ਪ੍ਰਬੰਧ ਕੀਤਾ ਸੀ ਜੇ ਕੋਈ ਗੱਲ ਰਹਿ ਜਾਵੇ, ਕਿਉਂਕਿ ਗੁਰੂ ਨਹੀਂ, ਭਾਈ ਮਨੀ ਸਿੰਘ ਗੁਰੂ ਨੇ ਜੋ ਚਾਰਤਾ ਉਹਦਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਆ। ਪਰ ਭਾਈ ਮਨੀ ਸਿੰਘ ਕਿਉਂਕਿ ਗੁਰੂ ਨਹੀਂ, ਭੁੱਲ ਹੋ ਸਕਦੀ ਆ, ਇਸ ਲਈ ਬਾਬਾ ਦੀਪ ਸਿੰਘ ਦੀ ਡਿਊਟੀ ਨਾਲ ਲੱਗੀ, ਨਾਲੇ ਉਹਨੂੰ ਪੜ੍ਹ ਲੈਣਾ। ਬਾਬਾ ਦੀਪ ਸਿੰਘ ਦੀ ਸੁਰਤੀ ਅੰਦਰ ਵੀ ਬਾਣੀ ਵਸੀ ਹੋਈ ਆ। ਸਤਿਗੁਰੂ ਨੇ ਗੁਰਸਿੱਖਾਂ ਦੀ ਲਾਈ, ਉਹਨਾਂ ਦੀ ਡਿਊਟੀ ਆ, ਬਾਣੀ ਵਸੀ ਹੋਈ ਆ। ਉਹ ਸੁਰਤੀ ਦੇ ਵਿੱਚੋਂ ਬਾਬਾ ਦੀਪ ਸਿੰਘ ਉਹਨੂੰ ਚੈੱਕ ਵੀ ਕਰ ਰਿਹਾ, ਇੱਕ ਤਰ੍ਹਾਂ ਦਾ ਦੂਜੀ ਵਾਰੀ ਉਹਨੂੰ ਨਾਲ ਚੈੱਕ ਕੀਤਾ ਜਾ ਰਿਹਾ, ਨਾਲ ਉਹਦਾ ਉਤਾਰਾ ਕੀਤਾ ਜਾ ਰਿਹਾ, ਨਾਲ ਜਿੱਦਾਂ ਉਹਨੂੰ ਲਿਖਿਆ ਉਦਾਂ ਦਾ ਉਤਾਰਾ ਕੀਤਾ ਜਾ ਰਿਹਾ ਹੈਗਾ ਆ। ਸੋ ਇੱਕੋ ਵਾਰੀ ਦੋ ਸਰੂਪ ਤਿਆਰ ਹੋਣ ਵਾਲੀ ਗੱਲ ਹੋ ਗਈ ਆ। ਸੋ ਜਿੱਦਾਂ ਇਹ ਉਤਾਰੇ ਇਕੱਠੇ ਹੁੰਦੇ ਗਾ, ਪਹਿਲਾਂ ਉਹਨਾਂ ਦੇ ਛੋਟੇ ਦਿੱਤੇ ਰਾਗਾਂ ਹਿਸਾਬ ਨਾਲ ਬੰਨੇਗਾ, ਫਿਰ ਉਹਦੀ ਜਿਲਤ ਬੰਨੀ ਗਈ ਤੇ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਤਿਆਰ ਹੋ ਗਏ। ਇੱਥੇ ਇੱਕ ਗੱਲ ਸਮਝਣ ਦੀ ਲੋੜ ਆ।
ਸਤਿਗੁਰੂ ਉੱਥੇ ਬੈਠ ਕੇ ਸਿੱਖਾਂ ਦਾ ਇਕੱਠ ਵੱਡਾ ਹੋ ਗਿਆ ਆ, ਵੱਡੇ ਸਿੱਖ ਦੂਰੋਂ ਦੂਰੋਂ ਬੈਠੇ, ਸਾਰੇ ਨਾਮਣੇ ਵਾਲੇ ਸਿੱਖ ਹੁਣ ਉੱਥੇ ਪਹੁੰਚ ਚੁੱਕੇ। ਸਤਿਗੁਰੂ ਉਹਨਾਂ 'ਚ ਬੈਠ ਕੇ ਜਦੋਂ ਆਪਣੇ ਸਿਮਰਨ ਤੋਂ ਆਪਣੀ ਸੁਰਤੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਜਾਪ ਕਰ ਰਿਹਾ ਆ, ਤੇ ਸਤਿਗੁਰੂ ਸਿੱਖਾਂ ਲਈ ਪੂਰਨੇ ਪਾ ਰਿਹਾ ਆ ਕਿ ਤੁਹਾਡਾ ਖਾਲਸਾ ਉਦੋਂ ਹੀ, ਖਾਲਸੇ ਨੂੰ ਸਤਿਗੁਰੂ ਪੂਰਾ ਗਿਆ ਖਾਲਸੇ ਜੀ, ਤੇ ਸਤਿਗੁਰੂ ਪੂਰੇ ਦਾ ਅੰਦਰ ਸੁਰਤੀ ਅੰਦਰ ਪੂਰੀ ਬਾਣੀ ਵਸੀ ਹੋਈ ਆ, ਤੇ ਖਾਲਸਾ ਵੀ ਸਤਿਗੁਰੂ ਪੂਰਾ ਉਦੋਂ ਬਣੂਗਾ ਜਦੋਂ ਉਹਦੇ ਅੰਦਰ ਬਾਣੀ ਪੂਰੀ ਦੀ ਪੂਰੀ ਵਸੀ ਹੋਏਗੀ। ਉਹਦੀ ਸੁਰਤੀ ਦੇ ਅੰਦਰ, ਉਹਦੇ ਸਿਮਰਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਹੋਣਾ ਚਾਹੀਦਾ, ਉਹਦੀ ਸਿਮਰਨ ਦੇ ਸੁਰਤੀ ਦੇ ਅੰਦਰ ਬਾਣੀ ਹੋਣੀ ਚਾਹੀਦੀ, ਤਾਂ ਹੀ ਵਸੀ ਹੋਊਗੀ। ਇੱਕ ਗੱਲ ਇੱਥੇ ਹੋਰ, ਸਤਿਗੁਰੂ ਨੇ ਜਿਹੜੀ ਆਦਬੀੜ ਸੀ ਗੁਰੂ ਅਰਜਨ ਦੇਵ ਨੇ ਤਿਆਰ ਕਰਾਈ, ਉਹ ਤਾਂ ਕਰਾਈ ਪਰ ਇਹਦੇ 'ਚ ਸੰਪੂਰਨਤਾ ਦੀ ਗੱਲ ਤੁਸੀਂ ਕੀਤੀ ਸੀਗੀ। ਹਾਂਜੀ ਹਾਂਜੀ। ਗੁਰੂ ਤੇਗ ਬਹਾਦਰ ਦੀ ਬਾਣੀ ਪਹਿਲਾਂ ਦਰਜ ਨਹੀਂ ਸੀ। ਠੀਕ ਹੈ। ਹਰ ਰਾਗ ਦੇ ਵਿੱਚ ਜਿੱਦਾਂ ਜਿੱਦਾਂ ਗੁਰੂ ਤੇਗ ਬਹਾਦਰ ਨੇ ਬਾਣੀ ਉਚਾਰਨ ਕੀਤੀ ਹੋਈ ਸੀ, ਉਹ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਦੇ ਕੋਲ ਸੀਗੀ ਜੀ, ਇਦਾਂ ਕਹਿ ਲਓ ਪਹਿਲਾਂ ਤੋਂ ਲੈ ਕੇ। ਪਰ ਗੁਰੂ ਗੋਬਿੰਦ ਸਿੰਘ ਦੀ ਸੁਰਤੀ ਦੇ ਵਿੱਚ ਤਾਂ ਵਸੀ ਹੋਈ ਸੀ ਨਾ, ਸਿਮਰਨ ਦੇ ਵਿੱਚ ਵਸੀ ਹੋਈ ਸੀਗੀ। ਉਹ ਸਾਰੀ ਦੀ ਸਾਰੀ ਬਾਣੀ ਵੀ ਸਤਿਗੁਰੂ ਨੇ ਬੋਲ ਕੇ ਉਹਦਾ ਉਦਾਂ ਹੀ ਭਾਈ ਮਨੀ ਸਿੰਘ ਨੂੰ ਲਿਖਾਤੀ। ਸੋ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣ ਗਈ। ਇਹ ਆਦਿ ਬੀੜ ਸੰਪੂਰਨ ਹੋ ਗਈ ਜੀ। ਇਸ ਕਰਕੇ ਆਪਾਂ ਜਦੋਂ ਨਾ ਗੁਰੂ ਗ੍ਰੰਥ ਸਾਹਿਬ ਦੇ ਦਿਨ ਮਨਾਉਂਦੇ, 3 ਤਰ੍ਹਾਂ ਦੇ ਮਨਾਉਂਦੇ ਆ। ਪਹਿਲਾ ਮਨਾਉਂਦੇ ਆ ਆਦਿ ਬੀੜ ਦਾ ਪ੍ਰਕਾਸ਼, ਪਹਿਲਾ ਪ੍ਰਕਾਸ਼ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਹਿੰਦੇ ਆ। ਆਦਿ ਬੀੜ ਦੇ ਰੂਪ ਜਿਹੜਾ ਹੋਇਆ ਸੀ ਅੰਮ੍ਰਿਤਸਰ ਜਿਹੜਾ ਹੋਇਆ ਸੀ 1606 ਵਾਲਾ। ਉਸ ਤੋਂ ਬਾਅਦ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ, ਇਹ ਸੰਪੂਰਨਤਾ ਹੈ ਦਮਦਮਾ ਸਾਹਿਬ ਵਾਲੀ, ਇਹ ਵੀ ਦਿਨ ਆਪਾਂ ਮਨਾਉਂਦੇ ਆ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਦੀ। ਫਿਰ ਤੀਜਾ ਦਿਨ ਆਪਾਂ ਮਨਾਉਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਗਈ, ਉਹ ਹਜ਼ੂਰ ਸਾਹਿਬ ਦਿੱਤੀ ਗਈ, ਉਹ ਵੀ ਦਿਨ ਆਪਾਂ ਮਨਾਉਂਦੇ। ਸੋ 3 ਗੁਰਪੁਰਬ ਜਿਹੜੇ 3 ਗੁਰਪੁਰਬ ਆ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਆ। ਇੱਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਅੰਮ੍ਰਿਤਸਰ ਵਾਲਾ, ਜਦੋਂ ਆਦਬੀੜ ਦੀ ਤਿਆਰੀ ਹੋਈ ਆ ਤੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗਿਆ। ਫਿਰ ਬਾਅਦ ਉਹਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਬੀੜ ਦੀ ਸੰਪੂਰਨਤਾ, ਉਹ ਦਮਦਮਾ ਸਾਹਿਬ ਵਾਲੀ ਜਿਹੜੀ ਸਤਿਗੁਰੂ ਜੀ ਦਾ ਆਪਾਂ ਹੁਣ ਜ਼ਿਕਰ ਕਰ ਰਹੇ ਹਾਂ। ਤੇ ਤੀਜਾ ਹੈਗਾ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਦੀ ਗੱਲ, ਜਿੱਥੇ ਸਤਿਗੁਰੂ ਨੇ ਕਿਹਾ ਆਗਾ ਭਈਏ ਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਹਜ਼ੂਰ ਸਾਹਿਬ ਵਾਲੀ ਗੱਲ ਹੈ, ਨੰਦੇੜ ਵਾਲੀ ਗੱਲ ਆ। ਸੋ 3 ਗੁਰਪੁਰਬ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੁੜ ਕੇ ਆਉਂਦੀ। ਇਹ ਸੰਪੂਰਨਤਾ ਵਾਲੀ ਦੀ ਗੱਲ ਆਪਾਂ ਹੁਣ ਕਰ ਰਹੇ ਹਾਂ। ਇਹ ਗੁਰੂ ਤੇਗ ਬਹਾਦਰ ਦੀ ਬਾਣੀ ਵਿੱਚ ਚਾੜ ਦਿੱਤੀ ਗਈ ਆ। ਔਰ ਇੱਥੇ ਇੱਕ ਗੱਲ ਹੋਰ, ਜਿਹੜੇ ਸਿੱਖਾਂ ਦੇ ਮਨ ਦੇ ਵਿੱਚ ਆਲੇ ਦੁਆਲੇ ਸਿੱਖ ਸੀਗੇ, ਸਵਾਲ ਪੈਦਾ ਹੁੰਦੇ ਸੀਗੇ। ਔਰ ਨਿਤਨੇਮ ਜਿਹੜਾ ਸਤਿਗੁਰੂ ਦਾ ਆਇਆ ਸੀ ਕਿ ਸਵੇਰੇ ਨਿਤਨੇਮ ਤੋਂ ਬਾਅਦ ਚ ਨਾਸ਼ਤਾ ਕਰਕੇ ਸਤਿਗੁਰੂ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਬਾਣੀ ਦਾ ਜਾਪ ਸ਼ੁਰੂ ਕਰਦੇ, ਬਾਣੀ ਲਿਖਣੀ ਸ਼ੁਰੂ ਹੋ ਜਾਂਦੀ, ਉਚਾਰਨੀ ਸ਼ੁਰੂ ਹੋ ਜਾਂਦੀ। ਦੁਪਹਿਰਾਂ ਵੇਲੇ ਸਤਿਗੁਰੂ ਜੀ ਥੋੜਾ ਜਿਹਾ ਆਰਾਮ ਕਰਦੇ, ਤੇ ਦੁਪਹਿਰਾਂ ਦੇ ਆਰਾਮ ਤੋਂ ਬਾਅਦ ਸਤਿਗੁਰੂ ਜੀ ਤੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਫਿਰ ਇਸ਼ਨਾਨ ਪਾਣੀ ਤੋਂ ਬਾਅਦ ਸੋਧਰ ਤੋਂ ਪਹਿਲਾਂ ਫਿਰ ਉਹਦੀ ਪੂਰੀ ਦੀ ਪੂਰੀ ਜਿੱਦਾਂ ਸਵੇਰ ਦਾ ਸੀ ਉਦਾਂ ਬਾਣੀ ਸਤਿਗੁਰੂ ਜਾਪ ਕਰਦੇ। ਭਾਈ ਮਨੀ ਸਿੰਘ ਜੀ ਉਹਦਾ ਜਾਪ ਦੇ ਵਿੱਚੋਂ ਜੋ ਵੀ ਉਹਦੇ ਲਿਖਦੇ ਤੇ ਉਤਾਰਾ ਕਰਦੇ, ਉਹਦਾ ਉਤਾਰਾ ਗਾਂ ਫਿਰ ਬਾਬਾ ਦੀਪ ਸਿੰਘ ਜੀ ਕਰੀ ਜਾਂਦੇ। 2 ਇਦਾਂ ਨਾਲ ਚੱਲੀ ਜਾਂਦਾ। ਪਰ ਨਿਤਨੇਮ ਵੀ ਨਹੀਂ ਛੱਡਿਆ, ਨਾ ਸਵੇਰ ਦਾ ਨਾ ਦੀਵਾਨ ਛੱਡਿਆ, ਨਾ ਸ਼ਾਮ ਦਾ ਦੀਵਾਨ ਛੱਡਿਆ, ਦੋਨੇ ਲੱਗਦੇ ਰਹੇ। ਔਰ ਸਤਿਗੁਰੂ ਜੀ ਇਸ ਸਮੇਂ ਦੇ ਵਿੱਚ ਸੋਧਰ ਦੇ ਸਮੇਂ ਦੇ ਤੋਂ ਬਾਅਦ ਵਿੱਚ ਸਤਿਗੁਰੂ ਜੀ ਸੈਰ ਵੀ ਕਰਦੇ ਹੁੰਦੇ ਸੀ ਰੋਜ਼, ਕਿਉਂ ਸਾਰੀ ਦਿਹਾੜੀ ਬੈਠੇ ਰਹਿਣਾ। ਤੁਸੀਂ ਚੌਂਕੜੇ ਮਾਰ ਕੇ ਬੈਠਿਆ, ਤੁਸੀਂ ਜਾਪ ਕਰ ਰਹੇ ਆ, ਨਿਤਨੇਮ ਦੇ ਵਿੱਚ ਬੈਠਿਆ, ਬਾਅਦ ਚ ਸੋਧਰ ਦੇ ਪਾਠ ਹੀ ਬੈਠੇ। ਸੋਧਰ ਤੋਂ ਬਾਅਦ ਸਤਿਗੁਰੂ ਜੀ ਸੈਰ ਕਰਨ ਨਿਕਲਦੇ ਹੁੰਦੇ ਸੀ ਤੇ ਨਾਲ ਸਤਿਗੁਰੂ ਦੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ। ਸਤਿਗੁਰੂ ਜੀ ਇੱਕ ਕਦਮ ਗਾਂਹ, ਇੱਕ ਬੰਨੇ ਉਹਨਾਂ ਦੇ ਭਾਈ ਮਨੀ ਸਿੰਘ ਜੀ, ਦੂਜੇ ਬੰਨੇ ਬਾਬਾ ਦੀਪ ਸਿੰਘ ਜੀ, ਨਾਲ ਹੋਰ ਗੁਰਸਿੱਖ ਸਾਰੇ ਸੈਰ ਕਰਦੇ ਨਿਕਲਦੇ ਹੁੰਦੇ ਸੀ। ਤੇ ਇੱਕ ਦਿਨ ਜਦੋਂ ਸੈਰ ਕਰਨ ਸਤਿਗੁਰੂ ਨਿਕਲੇ, ਉਹ ਜਿਹੜੇ ਸਿੱਖਾਂ ਦੇ ਸਵਾਲ ਹੁੰਦੇ ਸੀ ਉੱਥੇ ਜਵਾਬ ਵੀ ਦਿੰਦੇ ਹੁੰਦੇ। ਕਦੀ ਭਾਈ ਆਮ ਸਿੱਖਾਂ ਦੇ ਸਵਾਲ ਸਤਿਗੁਰੂ ਆਪਣੇ ਆਪ ਚ ਮਸਤ ਤੇ ਭਾਈ ਮਨੀ ਸਿੰਘ ਵੀ ਦੇ ਦਿੰਦੇ ਸੀਗੇ ਸਤਿਗੁਰੂ ਦੇ ਇਸ਼ਾਰੇ ਦੇ ਨਾਲ। ਕਦੀ ਬਾਬਾ ਦੀਪ ਸਿੰਘ ਵੀ ਸਵਾਲਾਂ ਦੇ ਜਵਾਬ ਦੇ ਦਿੰਦੇ ਸੀਗੇ, ਪਰ ਸਤਿਗੁਰੂ ਆਪ ਵੀ ਜਵਾਬ ਦਿੰਦੇ ਸੀਗੇ। ਔਰ ਸਤਿਗੁਰੂ ਜੀ ਬਚਨ ਬਲਾਸ ਵੀ ਕਰਦੇ ਹੁੰਦੇ। ਇੱਕ ਦਿਨ ਠੰਡੀ ਹਵਾ ਚੱਲਦੀ ਆ, ਭਾਈ ਵੀਰ ਸਿੰਘ ਨੇ ਬੜਾ ਪਿਆਰਾ ਜ਼ਿਕਰ ਕੀਤਾ ਉਹਦਾ, ਦਿਲ ਨੂੰ ਧੂਪ ਪਾਉਣ ਵਾਲਾ। ਤੇ ਠੰਡੀ ਹਵਾ ਚੱਲ ਰਹੀ ਆ ਤੇ ਸਤਿਗੁਰੂ ਭਾਈ ਮਨੀ ਸਿੰਘ ਨੂੰ ਸੰਬੋਧਨ ਕਹਿੰਦੇ, ਮਨੀ ਸਿੰਘ ਇਹ ਇਦਾਂ ਲੱਗਦਾ ਜਿੱਦਾਂ ਹਵਾ ਆਨੰਦਪੁਰ ਵੱਲੋਂ ਆ ਰਹੀ ਹੋਵੇ। ਉਹ ਪਹਾੜੀਆਂ ਦਾ ਇਲਾਕਾ ਨਾ, ਪਹਾੜੇ ਦੀ ਪੌਣ ਆ, ਆਪਾਂ ਕਹਿੰਦੇ ਪਹਾੜ ਦੀ ਪੌਣ ਚੱਲ ਰਹੀ ਹੈ, ਪੁਰੇ ਦੀ ਪੌਣ ਚੱਲ ਰਹੀ ਹੈ, ਪੁਰੇ ਦੀ ਹਵਾ ਚੱਲ ਰਹੀ ਸੀਗੀ ਤੇ ਠੰਡੀ ਹਵਾ ਚੱਲ ਰਹੀ ਸੀ, ਵਿੱਚ ਸੀਤਲਤਾ ਸੀਗੀ। ਤੇ ਸਤਿਗੁਰੂ ਕਹਿੰਦੇ ਇਦਾਂ ਲੱਗਦਾ ਭਾਈ ਮਨੀ ਸਿੰਘ ਜਿੱਦਾਂ ਹਵਾ ਆਨੰਦਪੁਰ ਸਾਹਿਬ ਵੱਲੋਂ ਆਈ ਹੋਵੇ। ਯਾਨੀ ਕਿ ਸਤਿਗੁਰੂ ਜੀ ਬ੍ਰਹਮ ਗਿਆਨਤਾ ਦੀ ਅਵਸਥਾ ਤੋਂ ਗਾਂ ਦੀ ਅਵਸਥਾ, ਸਤਿਗੁਰੂ ਕਿਸੇ ਮੋਹ ਚ ਨਹੀਂ ਗਏ, ਪਰ ਅੰਦਰ ਇੱਕ ਪਿਆਰ ਤਾਂ ਹੈ ਨਾ, ਜਿੱਥੇ ਰਹਿ ਸਤਿਗੁਰੂ ਉਸ ਥਾਂ ਦੀ ਯਾਦ ਤਾਂ ਹੈ ਨਾ। ਸਤਿਗੁਰੂ ਜੀ ਦੁਨਿਆਵੀ ਯਾਦਾਂ ਦੇ ਉੱਪਰ ਵੀ ਆ, ਪਰ ਉਹਨਾਂ ਯਾਦਾਂ ਨੂੰ ਨਾਲ ਲੈ ਕੇ ਵੀ ਤੁਰਦੇ, ਕਿਉਂਕਿ ਮਨੁੱਖਾ
ਜਨਮ ਦੇ ਵਿੱਚ ਆ ਤੇ ਮਨੁੱਖਾਂ ਦੇ ਲਈ ਹੀ ਸਮਝਾਉਣੀ ਸਿੱਧਾ ਹੈ। ਪਾਉਣੀਆਂ ਜੀ, ਜੀ। ਤੇ ਸੋ ਭਾਈ ਮਨੀ ਸਿੰਘ ਕਹਿੰਦੇ ਭਾਈ ਮਨੀ ਸਿੰਘ ਜੀ ਇਹ ਤਾਂ ਆਨੰਦਪੁਰ ਲਹਵਾ ਆ ਰਹੀ ਹੈ। ਭਾਈ ਵੀਰ ਸਿੰਘ ਨੇ ਤਾਂ ਜ਼ਿਕਰ ਕੀਤਾ, ਬੜੇ ਪਿਆਰੇ ਅੰਦਾਜ਼ 'ਚ ਜ਼ਿਕਰ ਕੀਤਾ ਤੇ ਇਹ ਧੂ ਪਾਉਣ ਵਾਲਾ ਜ਼ਿਕਰ ਲੱਗਦਾ ਉੱਥੇ ਜਦੋਂ ਵੀ ਆਨੰਦਪੁਰ ਦੀ ਯਾਦ ਸਤਿਗੁਰੂ ਨੂੰ ਦਮਦਮਾ ਸਾਹਿਬ ਬੈਠਿਆ ਵੀ ਆ ਰਹੀ ਆ, ਯਾਦ ਆ ਰਹੀ ਆ। ਸਤਿਗੁਰੂ ਚਾਹੁੰਦੇ ਆਨੰਦਪੁਰ ਜਾ ਸਕਦੇ ਸੀਗੇ ਪਰ ਸਤਿਗੁਰੂ ਆਨੰਦਪੁਰ ਨਹੀਂ ਗਏ, ਉਹ ਵੀ ਸਾਡੇ ਲਈ ਪੂਰਨੇ ਪਾਏ। ਇਹਦੀ ਗੱਲ ਆਪਾਂ ਕਿਤੇ ਗਾਂਹ ਜਾ ਕੇ ਕਰਾਂਗੇ, ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਹਾਂ ਉਹ ਕਰ ਲਈਏ। ਤੇ ਇੱਕ ਦਿਨ ਜਿਹੜੇ ਪੁਰਾਣੇ ਸਿੰਘਾਂ ਨੂੰ ਤਾਂ ਪਤਾ ਹੀ ਸੀਗਾ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਆ ਗੁਰੂ ਸਾਹਿਬ ਦੀ ਸੁਰਤੀ ਅੰਦਰ ਵਸਿਆ, ਸਿਮਰਨ ਦੇ ਵਿੱਚ ਆ। ਪਰ ਨਵਿਆਂ ਦੇ ਲਈ ਇੱਕ ਚੱਬੇ ਵਾਲੀ ਗੱਲ ਸੀ, ਨਵਿਆਂ ਲਈ ਕਰਾਮਾਤ ਵਾਲੀ ਗੱਲ ਸੀ। ਜਿਹਦੀ ਬਿਰਤੀ ਹੋਵੇ ਤੁਸੀਂ ਉੱਡੀ ਉੱਡੀ ਗੱਲ ਕਰਨੀ। ਅੱਜ ਵੀ ਕੋਈ ਲੋਕ ਸਮਝਦੇ ਹੋਣਗੇ ਕਿ ਕਿੱਦਾਂ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਾਇਆ ਜਾ ਸਕਦਾ ਆਪਣੀ ਸੁਰਤੀ ਵਿੱਚੋਂ, ਕਿੱਦਾਂ ਭਾਈ ਮਨੀ ਸਿੰਘ ਨੇ ਬੋਲਾਂ ਨੂੰ ਵੀ ਲਿਖ ਲਿਆ ਹੋਊਗਾ ਸੁੱਧ ਸ਼ੁੱਧ। ਪਰ ਜਿਨ੍ਹਾਂ ਦੀ ਸੁਰਤੀ ਅੰਦਰ ਵਸਿਆ ਹੋਵੇ ਉਹ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ। ਔਰ ਗੁਰਸਿੱਖ ਪਿਆਰੇ ਹੈਗੇ ਸੀਗੇ ਜਿਨ੍ਹਾਂ ਨੂੰ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਸੀ। ਇੱਕ ਇੱਕ ਚੌਂਕੜੇ 'ਚ ਬੈਠ ਕੇ ਪਾਠ ਕਰਨ ਵਾਲੇ ਵੀ ਹੈਗੇ ਸੀਗੇ। ਔਰ ਗੁਰੂ ਤਾਂ ਜਦ ਤਾਈਂ ਉਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੋਤ ਰੂਪ ਗੁਰੂ ਸਾਹਿਬ ਵਿਚਰ ਰਿਹਾ, ਉਹਨਾਂ ਦੇ ਅੰਦਰ ਉਹ ਜੋਤ ਗੁਰੂ ਗ੍ਰੰਥ ਸਾਹਿਬ ਦੀ ਵਿਚਰਨੀ ਆ। ਸੋ ਔਰ ਜਦੋਂ ਸਾਰਾ ਲਿਖਾ ਦਿੱਤਾ ਗਿਆ ਤੇ ਜਦੋਂ ਸੰਪੂਰਨਤਾ ਦੇ ਨੇੜੇ ਗੱਲ ਪਹੁੰਚੀ ਤੇ ਨਵਿਆਂ ਲਈ ਇੱਕ ਸਵਾਲ ਵੀ ਹੁੰਦਾ, ਸ਼ੰਕਾ ਵੀ ਹੁੰਦਾ। ਅੱਜ ਵੀ ਉਹ ਸ਼ੰਕੇ ਬਣੇ ਹੋਏ ਕਈਆਂ ਦੇ ਤਾਂ ਕਿ ਸਤਿਗੁਰੂ ਨੇ ਆਪਣੀ ਬਾਣੀ ਨਹੀਂ ਵਿਚਾਰੀ ਜੀ। ਗੁਰੂ ਤੇਗ ਬਹਾਦਰ ਦੀ ਬਾਣੀ ਜਿਹੜੀ ਆਪਣੀ ਵਿਚਾਰ ਸਕਦੀ, ਕੌਣ ਰੋਕ ਸਕਦਾ ਸੀ? ਸਤਿਗੁਰੂ ਨੇ ਆਪਣੀ ਬਾਣੀ ਨਹੀਂ ਚਾੜੀ। ਔਰ ਬਾਣੀ ਉਹ ਨਹੀਂ ਚਾੜੀ ਜਿਨ੍ਹਾਂ ਦੇ ਨਾਲ ਅੰਮ੍ਰਿਤ ਸੰਚਾਰ ਤਿਆਰ ਕਰਦੇ ਆ ਸਤਿਗੁਰੂ। ਇਹ ਨਹੀਂ ਕਿ ਸਤਿਗੁਰੂ ਨੇ ਨਿਮਰਤਾ ਦਿਖਾਉਣੀ ਸੀਗੀ ਵੀ ਸਾਡੀ ਬਾਣੀ ਨਹੀਂ। ਸਤਿਗੁਰੂ ਦੀ ਬਾਣੀ, ਗੁਰੂ ਗੋਬਿੰਦ ਸਿੰਘ ਦੀ ਬਾਣੀ ਸਾਰੀ ਬਾਣੀ ਆ, ਇੱਕ ਅੱਖਰ ਅੱਖਰ ਬਾਣੀ ਆ। ਤਾਂ ਹੀ ਉਹਨਾਂ ਦੇ ਨਾਲ ਜਿਹੜਾ ਆ ਖੰਡੇ ਦੀ ਪੌਲ ਤਿਆਰ ਹੁੰਦੀ। ਅੰਮ੍ਰਿਤ ਦੇ ਵੇਲੇ 3 ਬਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਪੜ੍ਹੀਆਂ ਜਾਂਦੀਆਂ, ਸੋਈਏ ਚਪਈ ਜਿਹੜੇ ਤੇਜਾਬ ਸਾਹਿਬ, ਇਹ 3 ਬਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਪੜ੍ਹੀਆਂ ਜਾਂਦੀਆਂ ਆ। 2 ਬਾਣੀਆਂ ਗੁਰੂ ਗ੍ਰੰਥ ਸਾਹਿਬ ਚੋਂ, 3 ਬਾਣੀਆਂ ਜਿਹੜੀਆਂ ਆ ਦਸਵਰਨ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੀਆਂ ਉਚਾਰੀਆਂ ਹੋਈਆਂ। ਪਰ ਉਹਨਾਂ ਬਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਬਣਾਇਆ। ਇਹ ਜਦੋਂ ਸਵਾਲ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੂੰ ਕਈ ਵਾਰੀ ਸਿੱਧੇ ਤੌਰ ਤੇ ਪੁੱਛਣ ਤੋਂ ਆਮ ਸਿੱਖ ਸੰਕੋਚ ਕਰ ਜਾਂਦੇ ਸੀ। ਭਾਈ ਮਨੀ ਸਿੰਘ ਨੂੰ ਪੁੱਛ ਲਿਆ। ਭਾਈ ਮਨੀ ਸਿੰਘ ਨੂੰ ਸਵਾਲ ਕੀਤਾ ਗਿਆ ਹੈ ਵੀ ਭਾਈ ਮਨੀ ਸਿੰਘ ਜੀ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਕਿਉਂ ਨਹੀਂ ਵਿੱਚ ਇਹਦਾ ਹਿੱਸਾ ਬਣਾਈ? ਉਹ ਭਾਈ ਮਨੀ ਸਿੰਘ ਦੇ ਸਤਿਗੁਰ ਦੀਆਂ ਸਤਿਗੁਰ ਜਾਣੇ ਜੀ। ਪਰ ਜਿਹੜੀ ਗੱਲ ਸਾਨੂੰ ਸਮਝ ਆਉਂਦੀ ਆ ਨਾ ਬਈ ਸਤਿਗੁਰ ਜੀ ਆਪਣੇ ਖਾਲਸੇ ਨੂੰ ਹਰ ਗੱਲ ਤੋਂ ਮੁਕਤ ਰੱਖਣਾ ਚਾਹੁੰਦੇ ਆ। ਖਾਲਸੇ ਦਾ ਮਤਲਬ ਹੈਗਾ ਹਰ ਗੱਲ ਤੋਂ ਮੁਕਤ, ਵਿੱਚ ਕੋਈ ਵਿਚੋਲਾ ਨਹੀਂ, ਸਿੱਧਾ ਅਕਾਲ ਪੁਰਖ ਦਾ ਨਾਤਾ, ਅਕਾਲ ਪੁਰਖ ਦੀ ਫੌਜ ਹੈ। ਤੇ ਸਤਿਗੁਰ ਜੀ ਆਪਣੇ ਸਿੱਖ ਨੂੰ ਜਿੱਦਾਂ ਮੁਸਲਮਾਨਾਂ ਨੇ ਕਿਤਾਬ ਦਾ ਗੁਲਾਮ ਬਣਾਇਆ ਨਾ, ਕਹਿੰਦੇ ਆਲਾ ਕਿਤਾਬ, ਜਾਨੀ ਕੋਈ ਗੱਲ ਹੋਵੇ ਕਿਤਾਬ ਕੱਢ ਕੇ ਦੇਖੋ, ਕੋਈ ਗੱਲ ਹੋਵੇ ਆਲਾ ਕਿਤਾਬ। ਤੇ ਹਿੰਦੂਆਂ ਦੇ ਵਿੱਚ ਵੀ ਜੋ ਗੱਲ ਵੇਦਾਂ ਤੋਂ ਬਾਹਰ ਆ ਉਹ ਗੱਲ ਪ੍ਰਮਾਣਯੋਗ ਨਹੀਂ ਹੈਗੀ। ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣੀ ਆ, ਪਰ ਸਤਿਗੁਰ ਜੀ ਇਹ ਵੀ ਨਾਲ ਨਾਲ ਪੂਰਨਾ ਪਾ ਰਿਹਾ ਕਿ ਇਹ ਨਾ ਹੋਵੇ ਕਿ ਤੁਸੀਂ ਇੱਕ ਗ੍ਰੰਥ ਨਾਲ ਵੱਜ ਕੇ ਰਹਿ ਜਾਵੋ ਤੇ ਤੁਹਾਨੂੰ ਇਦਾਂ ਲੱਗੇ ਕਿ ਇਦੋਂ ਬਾਹਰ ਹੋਰ ਕੁਝ ਹੈ ਹੀ ਨਹੀਂ। ਸੋ ਸਤਿਗੁਰ ਨੇ ਆਪਣੀ ਬਾਣੀ ਬਾਹਰ ਰੱਖ ਲਈ ਤੇ ਬਾਣੀ ਵੀ ਉਹ ਰੱਖੀ ਬਾਹਰ ਰੱਖ ਕੇ ਉਸੇ ਬਾਣੀ ਨੂੰ ਉਹਨਾਂ ਵਾਲਾ ਪ੍ਰਸੰਚਾਰ ਵੀ ਕੀਤਾ ਗਿਆ ਕਿ ਬਾਣੀ ਨੂੰ ਉਸ ਬਾਣੀ ਦੇ ਉੱਤੇ ਕਿੰਤੂ ਨਾ ਕੋਈ ਕਰੇ। ਇਸ ਕਰਕੇ ਉਹਨੂੰ ਨਿਤਨੇਮ ਦਾ ਹਿੱਸਾ ਵੀ ਬਣਾਤਾ ਸਿੱਖ ਦਾ ਤੇ ਉਹਨੂੰ ਨਿਤਨੇਮ ਦਾ ਹਿੱਸਾ ਵੀ ਬਣਾਇਆ ਤੇ ਉਹਨੂੰ ਅੰਮ੍ਰਿਤ ਦਾ ਹਿੱਸਾ ਵੀ ਬਣਾਤਾ, ਤਾਂ ਕਿ ਤੁਸੀਂ ਜਿਹੜੀ ਬਾਣੀ ਬਾਹਰ ਸਤਿਗੁਰ ਨੇ ਰੱਖ ਲਈ ਆ, ਆਪਣੀ ਬਾਣੀ ਬਾਹਰ ਰੱਖੀ ਵੀ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਆ, ਪਰ ਇਹਦਾ ਇਹ ਮਤਲਬ ਨਹੀਂ ਕਿ ਗੁਰੂ ਦਾ ਉਚਾਰਨ ਕੀਤੀ ਹੋਈ ਬਾਣੀ ਜੇ ਕੋਈ ਬਾਹਰ ਆ ਤੇ ਉਹ ਤੁਹਾਡੇ ਲਈ ਗੁਰੂ ਸਰੂਪ ਨਹੀਂ ਹੈ, ਉਹ ਵੀ ਗੁਰੂ ਸਰੂਪ ਹੈ। ਸੋ ਕਿਸੇ ਇੱਕ ਗ੍ਰੰਥ ਦਾ ਮੁਹਤਾਜ ਨਾ ਰਹਿ ਜਾਏ ਖਾਲਸਾ। ਇਸੇ ਕਰਕੇ ਸਤਿਗੁਰ ਨੇ ਆਪਣੀ ਬਾਣੀ ਬਾਹਰ ਰੱਖੀ। ਭਾਈ ਮਨੀ ਸਿੰਘ ਨੇ ਕਿਹਾ ਪਰ ਸਤਿਗੁਰੂ ਜਾਣੇ, ਸਤਿਗੁਰੂ ਜੀ ਤ੍ਰੈਕਾਲਦਰਸ਼ੀ ਸੀਗੇ, ਸਤਿਗੁਰੂ ਜੀ ਜਾਣੇ ਸਤਿਗੁਰ ਨੇ ਕਿਉਂ ਰੱਖੀਆਂ। ਪਰ ਇਹ ਜਿਹੜਾ ਕਥਨ ਆ ਭਾਈ ਮਨੀ ਸਿੰਘ ਦਾ ਸਾਡੇ ਇਤਿਹਾਸ ਦੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਵਾਲ ਪੁੱਛੇ ਗਏ ਸ਼ੰਕੇ, ਉਦੋਂ ਵੀ ਇਹ ਸ਼ੰਕੇ ਅੱਜ ਵੀ ਆਉਂਦੇ ਆ। ਇਹ ਭਾਈ ਮਨੀ ਸਿੰਘ ਦਾ ਜਵਾਬ ਜਿਹੜਾ ਸੀਗਾ ਇਹ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਮਿਲਦਾ ਹੈਗਾ ਆ। ਇਹ ਜਿਹੜਾ ਸਰੂਪ ਤਿਆਰ ਹੋਏ ਉਦੋਂ ਬਾਅਦ ਚ ਸਰੂਪ 2 ਤਿਆਰ ਹੋਣ ਤੋਂ ਬਾਅਦ 2 ਸਰੂਪ ਬਾਅਦ ਚ ਬਾਬਾ ਦੀਪ ਸਿੰਘ ਨੇ 2 ਸਰੂਪ ਉਦੋਂ ਤਿਆਰ ਹੋਏ, ਪਰ ਜਿਹੜੇ ਤਾਰੇ ਹੋਏ ਤਾਰਿਆਂ ਤੋਂ ਬਾਬਾ ਦੀਪ ਸਿੰਘ ਨੇ ਬਾਅਦ 4 ਤਾਰੇ ਹੋਰ ਵੀ ਕੀਤੇ। ਮੇਰਾ ਖਿਆਲ ਸਮਾਂ ਮੁੱਕਦਾ ਜਾ ਰਿਹਾ, ਮੈਂ ਗੱਲ ਥੋੜੀ ਜੀ ਮੁਕਾ ਦਿਆਂ। ਇੱਥੇ ਪੰਥ ਪ੍ਰਕਾਸ਼ ਦੀ ਗਵਾਹੀ ਆ ਕਿ ਨਿਤ ਪ੍ਰਤ ਗੁਰੂ ਉਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੇ, ਕਿ ਜਿੱਦਾਂ ਨਿਤ ਪ੍ਰਤ ਗੁਰੂ ਸਾਹਿਬ ਉਚਾਰਦੇ ਗਏ ਬਾਣੀ ਉਦਾਂ ਭਾਈ ਮਨੀ ਸਿੰਘ ਨੇ ਬਾਣੀ ਲਿਖੀ ਆ। ਨਾਲ ਬਾਬਾ ਦੀਪ ਸਿੰਘ ਜੀ ਉਤਾਰਾ ਵੀ ਕਰਦੇ ਗਏ ਔਰ 4 ਤਿਸ ਪਰਤੇ ਪਾਏ। ਉਸ ਉਤਾਰੇ ਤੋਂ ਬਿਨਾਂ 4 ਉਤਾਰੇ ਪਰਤਾਂ ਜਿਹੜੀਆਂ ਉਤਾਰਾ ਮੀਨਸ ਪਰਤਾਂ ਕਾਪੀ ਉਹ ਬਾਬਾ ਦੀਪ ਸਿੰਘ ਨੇ ਹੋਰ ਕੀਤੀਆਂ। ਦੀਪ ਸਿੰਘ ਸ਼ਹੀਦ ਲਿਖਾਏ ਔਰ 4 ਤਿਸ ਪਰਤੇ ਪਾਏ, ਦੀਪ ਸਿੰਘ ਸ਼ਹੀਦ ਲਿਖਾਏ। ਇਹ 4
ਜਿਹੜੇ ਪਰਤਾਂ ਸੀਗੀਆਂ ਤਿਆਰ ਕੀਤੀਆਂ, ਇਹ 4 ਤਖਤਾਂ ਉੱਤੇ ਬਾਬਾ ਦੀਪ ਸਿੰਘ ਨੇ ਬਾਅਦ ਚ ਭੇਜੀਆਂ। ਇਹ ਬਾਅਦ ਦਾ ਇਤਿਹਾਸ ਆ, ਪਰ ਮੇਰੇ ਖਿਆਲ ਸਮਾਂ ਹੋ ਗਿਆ, ਬਿਲਕੁਲ ਇਸ ਤੋਂ ਵਿਸਤਾਰ ਚ ਜਾ ਨਹੀਂ ਹੋਣਾ ਹੁਣ, ਜੀ, ਕਿ ਵਜ੍ਹਾ ਨਾਲ ਕਰ ਲੈਂਦੇ ਹਾਂ। ਬਿਲਕੁਲ ਜੀ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਦਮਦਮਾ ਸਾਹਿਬ ਦੀ ਧਰਤੀ ਜਿਹੜੀ ਸੀ ਉੱਥੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਕਰਵਾਈ, ਤੇ ਭਾਈ ਮਨੀ ਸਿੰਘ ਜੀ ਨੇ, ਜਿੱਦਾਂ ਵੀਰ ਜੀ ਨੇ ਦੱਸਿਆ, ਲਿਖਿਆ, ਬਾਬਾ ਦੀਪ ਸਿੰਘ ਜੀ ਨੇ ਉਹਦੀ ਕਾਪੀ ਕੀਤੀ। ਪਰ ਕਈ ਸਵਾਲ ਜਿਹੜੇ ਮਨ ਦੇ ਵਿੱਚ ਹੁੰਦੇ, ਇਹ ਮੇਰੇ ਖਿਆਲ ਇੱਕ ਪ੍ਰੋਗਰਾਮ ਕਰਨ ਦਾ ਸਾਡਾ ਮਕਸਦ ਵੀ ਇਹੀ ਹੈ, ਜ਼ਰੀਆ ਕਿ ਜਿਹਦੇ ਵਿੱਚ ਸ਼ੰਕੇ, ਤੁਹਾਡੇ ਸ਼ਿਕਵੇ ਨੇ, ਗਿਲੇ ਨੇ, ਉਹ ਜ਼ਰੂਰ ਦੂਰ ਹੋ ਜਾਣ, ਕਿਉਂਕਿ ਪੂਰੇ ਵਿਸਤਾਰ ਤੇ ਪਿਆਰ ਦੇ ਨਾਲ ਵੀਰ ਜੀ ਸਮਝਾਉਂਦੇ। ਪਰ ਫਿਰ ਵੀ ਜੇ ਕਿਸੇ ਦਾ ਕੋਈ ਸਵਾਲ ਹੋਵੇ, ਤੁਸੀਂ ਜ਼ਰੂਰ ਸਾਡੇ ਨਾਲ, ਵੀਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਕਰਦਿਆਂ ਕੋਈ ਸਾਡੇ ਕੋਲ ਗਲਤੀ ਹੋ ਗਈ, ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ, ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देश वा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं।